ਸਤਿ ਸ਼੍ਰੀ ਅਕਾਲ ਜੀ। ਮੈਂ ਸੁਖਵਿੰਦਰ ਸਿੰਘ ਸਿੱਧੂ ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ, ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਕੁਝ ਮੁੱਦੇ ਜਿਹੜੇ ਪ੍ਰਾਈਮ ਮੁੱਦੇ ਨੇ। ਗੱਲਬਾਤ ਕਰਾਂਗੇ ਕਿ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਆ ਉਹ ਜ਼ਮਾਨਤ ਅਰਜੀ ਖਾਰਜ ਹੋ ਗਈ ਹੈ। ਹੁਣ ਭਾਰਤ ਭੂਸ਼ਣ ਆਸ਼ੂ ਦੇ ਕੋਲੇ ਰਾਹ ਕੀ ਬਚਿਆ, ਉਸ ਤੇ ਗੱਲਬਾਤ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਘਰ ਦੇ ਵਿੱਚ ਰੇਡ ਪਈ ਹੈ ਤੇ ਕੀ ਕੁਝ ਬਰਾਮਦ ਹੋਇਆ, ਕੀ ਕੁਝ ਈਡੀ ਨਾਲ ਲੈ ਗਈ ਹੈ, ਉਹ ਤੁਹਾਨੂੰ ਦੱਸਾਂਗੇ। ਨਾਲ ਹੀ ਨਾਲ ਗੱਲਬਾਤ ਜਿਹੜੀ ਹੈ ਉਹ ਕੁਝ ਹੋਰ ਖਬਰਾਂ ਦੇ ਕਰਾਂਗੇ। ਕਾਫੀ ਅਹਿਮ ਜਿਹੜੀਆਂ ਉਹ ਖਬਰਾਂ ਹੈਗੀਆਂ ਨੇ, ਕੀ ਕੁਝ ਖਬਰਾਂ ਨੇ ਉਹ ਤੇ ਅੱਗੇ ਆਪਾਂ ਜਾ ਕੇ ਗੱਲਬਾਤ ਕਰਾਂਗੇ। ਪਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਮੇਰੇ ਨਾਲ ਜੁੜੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਆ ਉਹ ਭਾਰਤ ਭੂਸ਼ਣ ਆਸ਼ੂ ਵਾਲੀ ਖਬਰ ਤੋਂ ਕਰ ਲੈਂਦੇ ਆ। ਭਾਰਤ ਭੂਸ਼ਣ ਆਸ਼ੂ ਜਿਹੜੇ ਆ ਉਹ ਮੈਂ ਅਣਖੀ ਸਾਹਿਬ ਮਾਫ ਕਰਨਾ, ਮੈਂ ਦਰਸ਼ਕਾਂ ਨੂੰ ਤੀਜੀ ਖਬਰ ਦੇ ਬਾਰੇ ਮੈਂ ਦੱਸ ਦਵਾਂ, ਹੋਇਆ ਮੇਰੇ ਦਿਮਾਗ ਚੋਂ ਨਿਕਲ ਗਈ ਸੀਗੀ ਗੱਲ। ਡੀਜੀਪੀ ਭਾਵਰਾ ਜਿਹੜੇ ਸਾਬਕਾ ਡੀਜੀਪੀ, ਮਤਲਬ ਮੇਨ ਡੀਜੀਪੀ ਸਾਬਕਾ ਨੇ, ਪਰ ਹਾਲੇ ਵੀ ਉਹ ਡੀਜੀਪੀ ਨੇ, ਕਿਉਂਕਿ ਕਈ ਡੀਜੀਪੀ ਲੱਗੇ ਹੁੰਦੇ ਆ ਪੰਜਾਬ ਦੇ ਵਿੱਚ, ਇੱਕ ਨੂੰ ਮੇਨ ਡੀਜੀਪੀ ਬਣਾਇਆ ਹੁੰਦਾ। ਡੀਜੀਪੀ ਵੀਕੇ ਭਾਵਰਾ ਨੂੰ ਹਟਾਉਣ ਤੋਂ ਬਾਅਦ, ਹਾਲਾਂਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਹਟਾਇਆ ਨਹੀਂ ਗਿਆ, ਕਾਨੂੰਨਾਂ ਦੇ ਮੁਤਾਬਕ, ਨਿਯਮਾਂ ਦੇ ਮੁਤਾਬਕ ਯੂਪੀਐਸਸੀ ਦੇ ਵੱਲੋਂ ਹਾਲੇ ਤੱਕ ਉਹੀ ਡੀਜੀਪੀ ਥਾਪੇ ਗਏ ਸੀਗੇ, ਪਰ ਇਹ ਜਿਹੜੇ ਗੌਰਵ ਯਾਦਵ ਹੈ ਉਹ ਟੈਂਪਰੇਰੀ ਡੀਜੀਪੀ ਲਾਏ ਹੋਏ ਆ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਚਿੱਠੀ ਲਿਖੀ ਗਈ ਆ, 20 ਸਵਾਲ ਚੁੱਕੇ ਗਏ ਆ ਭਗਵੰਤ ਮਾਨ ਤੇ, ਜਿਹਦੇ ਕਰਕੇ ਭਗਵੰਤ ਮਾਨ ਨਿਸ਼ਾਨੇ ਤੇ ਆ। ਕੀ ਉਹ 20 ਸਵਾਲ ਆ, ਉਸ ਦੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਜਿਹੜੀ ਅਣਖੀ ਸਾਹਿਬ ਮੈਂ ਇਸੇ ਖਬਰ ਤੋਂ ਹੀ ਕਰਨਾ ਚਾਹੂੰਗਾ ਕਿ ਜਿਹੜੇ ਭਗਵੰਤ ਮਾਨ ਨੂੰ ਪਤਾ ਲੱਗਿਆ ਕਿ 20 ਸਵਾਲ ਜਿਹੜੇ ਪੁੱਛ ਲਏ ਆ ਵੀਕੇ ਭਾਵਰਾ ਨੇ, ਜਿਹੜੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਕੋਲ ਵੀ ਇਹ ਮਾਮਲਾ ਪਹੁੰਚਿਆ। ਹਾਲਾਂਕਿ ਸੋਸ਼ਲ ਮੀਡੀਆ ਤੇ ਚਿੱਠੀ ਨਹੀਂ ਆਈ, ਬਾਹਰ ਨਹੀਂ ਇਹ ਚਿੱਠੀ ਆਈ, ਪਤਾ ਨਹੀਂ ਲੱਗਿਆ ਕਿ 20 ਸਵਾਲ ਲਿਖੇ ਕੀ ਹੈ। ਪਰ ਹਾਂ, ਇਹ ਗੱਲ ਪੱਕੀ ਹੈ ਕਿ ਇੱਕ ਚਿੱਠੀ ਜ਼ਰੂਰ ਲਿਖੀ ਹੈ ਜਿਹਦੇ ਵਿੱਚ 2 ਦਰਜਨ ਤੋਂ ਜ਼ਿਆਦਾ ਸਵਾਲ ਜਿਹੜੇ ਲਿਖੇ ਆ। ਕੀ ਇਹ ਸਵਾਲ ਹੋ ਸਕਦੇ ਆ, ਕਿਵੇਂ ਮੁਸ਼ਕਲਾਤਾਂ ਜਿਹੜੀਆਂ ਉਹ ਭਗਵੰਤ ਮਾਨ ਦੀਆਂ ਵਧਾ ਸਕਦੇ ਤੇ ਪ੍ਰਤਾਪ ਬਾਜਵਾ ਕੋਲੇ ਕਿਵੇਂ ਗੱਲ ਪਹੁੰਚ ਗਈ। ਸੋ ਸੁਖਵਿੰਦਰ ਜੀ, ਜਿਹੜਾ ਪ੍ਰਸ਼ਨ ਤੁਸੀਂ ਮੈਨੂੰ ਕੀਤਾ, ਵੀਕੇ ਭਾਵਰਾ ਵਾਲਾ ਜਿਹੜਾ ਪੰਜਾਬ ਦੇ ਮੁੱਖ ਡੀਜੀਪੀ ਤੇ ਹੁਣ ਸਾਬਕਾ ਡੀਜੀਪੀ ਹੈ, ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ, ਭਗਵੰਤ ਮਾਨ ਦੀ ਸਰਕਾਰ ਵੱਲੋਂ ਉਹਨਾਂ ਦੇ ਅਹੁਦੇ ਤੋਂ ਹਟਾ ਕੇ ਪੰਜਾਬ ਹਾਊਸਿੰਗ ਬੋਰਡ ਦਾ ਜਿਹੜਾ ਚੇਅਰਮੈਨ, ਪੰਜਾਬ ਪੁਲਿਸ ਹਾਊਸਿੰਗ ਬੋਰਡ ਦਾ ਜਿਹੜਾ ਚੇਅਰਮੈਨ ਲਾਇਆ ਗਿਆ। ਉਹਨਾਂ ਨੇ ਉਹ ਚੇਅਰਮੈਨ ਦੀ ਜਿਸ ਤਰੀਕੇ ਨਾਲ ਸੂਤਰਾਂ ਤੋਂ ਜਾਣਕਾਰੀ ਜਾਂ ਜਿਸ ਤਰੀਕੇ ਨਾਲ ਜਾਣਕਾਰੀ ਸਾਹਮਣੇ ਆਈ ਆ, ਉਹ ਚੇਅਰਮੈਨ ਦਾ ਅਹੁਦਾ ਤਾਂ ਉਹਨਾਂ ਨੇ ਸਵੀਕਾਰ ਕਰ ਲਿਆ, ਪਰ ਉਹਦੇ ਨਾਲ ਹੀ ਨਾਲ ਉਹਨਾਂ ਨੇ ਪੰਜਾਬ ਸਰਕਾਰ ਨੂੰ ਜਿਹੜਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਉਸ ਕਾਰਨ ਨੋਟਿਸ ਦੇ ਸਬੰਧ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਵਾਬ ਦਿੱਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਵਾਬ ਦਿੱਤਾ, ਤੇ ਨਾਲ ਹੀ ਨਾਲ 20 ਪ੍ਰਸ਼ਨ ਜਿਹੜੇ ਨੇ ਅਜਿਹੇ ਕੀਤੇ ਨੇ ਜਿਸਦੇ ਨਾਲ ਪੰਜਾਬ ਸਰਕਾਰ ਜਿਹੜੀ ਆ ਉਹ ਕੁੜਕੀ 'ਚ ਫਸ ਸਕਦੀ ਹੈ, ਦੁਚਿੱਤੀ ਦੇ ਵਿੱਚ ਫਸ ਸਕਦੀ ਹੈ। ਪੰਜਾਬ ਸਰਕਾਰ ਵਾਸਤੇ ਇਹ ਬੜੀ ਔਖੀ ਸਥਿਤੀ ਜਿਹੜੀ ਆ ਉਹਨਾਂ ਨੇ ਪੈਦਾ ਕੀਤੀ ਆ। ਜੋ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਅਜੇ ਤੱਕ ਉਹ ਚਿੱਠੀ ਜਿਹੜੀ ਆ ਉਹ ਸਾਹਮਣੇ ਬਾਹਰ ਨਹੀਂ ਆਈ, ਅਜੇ ਤੱਕ ਪਤਾ ਨਹੀਂ ਲੱਗਾ ਕਿ ਉਹ ਚਿੱਠੀ 'ਚ ਸਵਾਲ ਕੀ ਨਹੀਂ ਜਾਂ ਕੀ ਨਹੀਂ। ਪਰ ਜੋ ਅਖਬਾਰੀ ਜਾਂ ਮੀਡੀਆ ਦੀਆਂ ਰਿਪੋਰਟਾਂ ਦੇ ਰਾਹੀਂ ਇਹੋ ਹੀ ਗੱਲ ਆਈ ਹੈ ਕਿ ਜਿਹੜੇ ਦੋਸ਼ ਖਾਸ ਤੌਰ ਤੇ ਸਿੱਧੂ ਮੂਸੇਵਾਲ ਦੀ ਹੱਤਿਆ ਤੋਂ ਬਾਅਦ ਜਿਨ੍ਹਾਂ ਦਾ ਸਹਾਰਾ ਲੈ ਕੇ ਡੀਜੀਪੀ ਸਾਹਿਬ ਨੂੰ ਛੁੱਟੀ ਤੇ ਭੇਜਿਆ ਗਿਆ, ਉਸ ਤੋਂ ਬਾਅਦ ਉਹਨਾਂ ਦੇ ਆਉਣ ਤੋਂ ਬਾਅਦ ਜਿਸ ਤਰੀਕੇ ਨਾਲ ਗੈਂਗਵਾਰ ਜਾਂ ਗੈਂਗਸਟਰਾਂ ਦੇ ਜਿਹੜੇ ਐਨਕਾਊਂਟਰ ਹੋਏ ਨੇ, ਜਾਂ ਇੱਕ ਪੰਜਾਬ ਪੁਲਿਸ ਨੇ ਇੱਕ ਅਜਿਹੀ ਤਸਵੀਰ ਆਪਣੇ ਆਪ ਨੂੰ ਬਣਾਉਣ ਦੀ ਪੇਸ਼ ਕੀਤੀ ਹੈ ਕਿ ਜਿਹਦੇ ਵਿੱਚ ਲੱਗਦਾ ਕਿ ਹਾਂ ਵੀ ਜਿਹੜੇ ਮੌਜੂਦਾ ਕਾਰਜਕਾਰੀ ਡੀਜੀਪੀ ਨੇ ਇਹ ਉਹਨਾਂ ਤੋਂ ਜ਼ਿਆਦਾ ਸਮਰੱਥ ਨੇ। ਇਸ ਗੱਲ ਨੂੰ ਵੀ ਲੈ ਕੇ ਭਾਵਰਾ ਸਾਹਿਬ ਨੇ ਜਿਹੜੇ ਨੇ ਕੁਝ ਸਵਾਲ ਜਿਹੜੇ ਨੇ, ਕੋਈ 20 ਕਹਿ ਰਿਹਾ, ਕੋਈ 24 ਕਹਿ ਰਿਹਾ, ਕੋਈ 25 ਕਹਿ ਰਿਹਾ, ਕੁਝ ਸਵਾਲ ਜਿਹੜੇ ਨੇ ਉਹਨਾਂ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਕੀਤੇ ਆ। ਤਾਂ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਨੇ, ਕੁਦਰਤੀ ਤੌਰ ਤੇ ਉਹਨਾਂ ਨੇ ਤਾਂ ਇਸ ਮੁੱਦੇ ਨੂੰ ਲੈਣਾ ਹੀ ਲੈਣਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਵਾਲ ਵੀਕੇ ਭਾਵਰਾ ਸਾਹਿਬ ਵੱਲੋਂ ਉਠਾਏ ਗਏ ਨੇ ਉਹਨਾਂ ਦਾ ਜਵਾਬ ਦੇਣਾ ਕੁਦਰਤੀ ਤੌਰ ਤੇ ਪੰਜਾਬ ਸਰਕਾਰ ਦਾ ਫਰਜ਼ ਬਣਦਾ। ਹੁਣ ਉਹ ਜਿਹੜੇ ਸਵਾਲ ਨੇ ਉਹ ਸਿੱਧੇ ਦੇ ਸਿੱਧੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਸੀਂ ਕਹਿ ਸਕਦੇ ਕਿ ਗ੍ਰਹਿ ਵਿਭਾਗ ਦੇ ਤੰਤਰ ਨਾਲ ਸੰਬੰਧਿਤ ਹੋਣਗੇ, ਤੇ ਜਾਂ ਜਿਸ ਤਰੀਕੇ ਨਾਲ ਭਾਵਰਾ ਸਾਹਿਬ ਦੀ ਛੁੱਟੀ ਕਰ ਦਿੱਤੀ ਗਈ, ਛੁੱਟੀ ਤੇ ਭੇਜ ਦਿੱਤਾ ਗਿਆ, ਤੇ ਉਹਨਾਂ ਦੀ ਨਿਯੁਕਤੀ ਨੂੰ ਦੂਜੇ ਪਾਸੇ ਭੇਜ ਕੇ ਲਾ ਕੇ ਆਪਣੇ ਮਨਪਸੰਦ ਦੇ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਬਣਾ ਦਿੱਤਾ ਗਿਆ। ਇਹ ਗੱਲ ਕੁਦਰਤੀ ਤੌਰ ਤੇ ਉਹਨਾਂ ਨੂੰ ਦੁੱਖ ਜਿਹੜੀ ਹੈ ਜ਼ਰੂਰ ਪਹੁੰਚਾਈ ਹੋਏਗੀ। ਤਾਂ ਇਸ ਦੁੱਖ ਦੇ ਵਿੱਚੋਂ ਹੀ, ਇਸ ਮਾਨਸਿਕ ਪੀੜਾ ਦੇ ਵਿੱਚੋਂ ਹੀ ਕੁਝ ਅਜਿਹੇ ਸਵਾਲ ਜਿਹੜੇ ਨੇ ਉਹਨਾਂ ਨੇ ਮੌਜੂਦਾ ਭਗਵੰਤ ਮਾਨ ਸਰਕਾਰ ਤੋਂ ਜਿਹੜੇ ਕੀਤੇ ਨੇ। ਤਾਂ ਕਿਤੇ ਨਾ ਕਿਤੇ ਰੰਜ, ਕਿਤੇ ਨਾ ਕਿਤੇ ਦੁੱਖ ਤਾਂ ਹੁੰਦਾ ਆ ਆਪਣੇ ਸੁਖਵਿੰਦਰ ਜੀ। ਬਾਕੀ ਜਿਹੜੀ ਗੱਲ ਕਹਿ ਦਈਏ ਕਿ ਜੇਕਰ
ਭਵਰਾ ਸਾਹਿਬ ਨੇ ਇਹ ਅਹੁਦਾ ਸਵੀਕਾਰ ਨਾ ਕੀਤਾ ਹੁੰਦਾ ਤਾਂ ਫਿਰ ਸਰਕਾਰ ਦੇ ਉੱਤੇ ਇੱਕ ਦਬਾਅ ਦੀ ਜਿਹੜੀ ਸਥਿਤੀ ਉਹ ਬਣ ਸਕਦੀ ਸੀ। ਉਹ ਸੁਪਰੀਮ ਕੋਰਟ 'ਚ ਜਾ ਸਕਦੇ ਆ ਤੇ ਕਿਸੇ ਵਕਤ ਵੀ ਉਹ ਇਸ ਜਿਹੜੀ ਗੌਰਵ ਜਾਧਵ ਦੀ ਨਿਯੁਕਤੀ ਹੈ ਇਸ ਨੂੰ ਉਹ ਚੈਲੰਜ ਕਰ ਸਕਦੇ ਨੇ, ਚੁਣੌਤੀ ਦੇ ਸਕਦੇ ਨੇ, ਕਿਉਂਕਿ ਅਜੇ ਤੱਕ UPSC ਦੇ ਜਿਹੜੇ ਨਿਯਮ ਨੇ ਉਹਨਾਂ ਦੇ ਮੁਤਾਬਕ ਉਹੀ ਹੀ DGP ਦੇ ਤੇ 2 ਸਾਲ ਤੋਂ ਪਹਿਲਾਂ ਉਹਨਾਂ ਨੂੰ ਹਟਾਇਆ ਨਹੀਂ ਜਾ ਸਕਦਾ। ਬੇਸ਼ੱਕ ਪੰਜਾਬ ਸਰਕਾਰ ਨੇ ਉੱਤਰ ਪ੍ਰਦੇਸ਼ ਦੇ ਜਿਹੜੇ DGP ਮੁਕਲ ਵਿਨਾਇਕ ਸੀ ਉਹ ਉਸੇ ਤਰੀਕੇ ਦੇ ਨਾਲ ਜਾਂ ਉਸੇ ਤਰਜ਼ ਤੇ ਹੀ DGP ਸਾਹਿਬ ਨੂੰ ਭਵਰਾ ਸਾਹਿਬ ਨੂੰ ਹਟਾ ਕੇ ਗੌਰਵ ਜਾਧਵ ਨੂੰ ਲਾਇਆ ਗਿਆ। UP ਦੀ ਜਿਹੜੀ ਸਥਿਤੀ ਸੀ ਉੱਥੇ ਉਸੇ ਸਥਿਤੀ ਦੇ ਨਾਲ ਹੀ ਇਸ ਤਰੀਕੇ ਨਾਲ ਲਾਇਆ ਗਿਆ ਤਾਂ ਉੱਥੇ ਵੀ ਮੁਕਲ ਵਿਨਾਇਕ ਵੱਲੋਂ ਕੋਈ ਵਿਰੋਧ ਜਿਹੜਾ ਹੀ ਨਹੀਂ ਸੀ ਕੀਤਾ ਗਿਆ। ਹੁਣ ਇਹ ਵੇਖਣਾ ਹੋਵੇਗਾ, ਸਵਾਲ ਤਾਂ ਕਰ ਦਿੱਤੇ ਨੇ DGP ਸਾਹਿਬ ਨੇ, ਜਿਹੜੇ ਮੌਜੂਦਾ DGP ਨੇ, ਜਿਹੜੇ ਹੁਣ ਹਾਊਸਿੰਗ ਬੋਰਡ ਦੇ ਚੇਅਰਮੈਨ ਨੇ, ਸਵਾਲ ਤਾਂ ਉਹਨਾਂ ਨੇ ਕਰ ਦਿੱਤੇ ਆ। ਹੁਣ ਇਹਨਾਂ ਸਵਾਲਾਂ ਨੂੰ ਜਿਹੜੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਕਿਵੇਂ ਲੈਂਦੀ ਆ ਜਾਂ ਕੀ ਉਹਨਾਂ ਦੇ ਖਿਲਾਫ ਇਹ ਹੋ ਸਕਦਾ ਕਿ ਹਾਂ ਫਿਰ ਡਿਊਟੀ ਦੇ ਉੱਤੇ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਸਵਾਲ ਨਹੀਂ ਕਰ ਸਕਦੇ, ਕਿਉਂਕਿ DGP ਦਾ ਅਹੁਦਾ ਬਹੁਤ ਵੱਡਾ ਅਹੁਦਾ ਜਿਹੜਾ ਹੁੰਦਾ ਆ ਤੇ ਇੱਕ ਕਿਸਮ ਦੇ ਪੰਜਾਬ 'ਚ 2 ਅਹੁਦੇ ਹੀ ਹੁੰਦੇ ਨੇ, ਜਾਂ ਚੀਫ ਸੈਕਟਰੀ ਦਾ ਜਾਂ DGP ਦਾ ਤੇ ਜਾਂ ਦੂਜੇ ਪਾਸੇ ਮੁੱਖ ਮੰਤਰੀ ਦਾ। ਤਾਂ ਉਹੋ ਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਕੋਈ DGP ਸਵਾਲ ਕਰਦਾ ਤਾਂ ਕੁਦਰਤੀ ਤੌਰ ਤੇ ਫਿਰ ਸਰਕਾਰ ਵਾਸਤੇ ਨਮੋਸ਼ੀ ਦਾ ਕਾਰਨ ਤੇ ਬਣਦਾ ਤੇ ਦੂਜੇ ਪਾਸੇ ਉਸ ਅਧਿਕਾਰੀ ਵਾਸਤੇ ਵੀ ਜਿਹੜੇ ਦਿਨ ਨਿਕਲ ਗਈ ਗੱਲ ਅਣਖੀ ਸਾਹਿਬ ਚਿੱਠੀ ਵਾਲੀ ਗੱਲ ਬਾਹਰ ਕਿਵੇਂ ਨਿਕਲ ਜਾਂਦੀ ਆ ਸਰਕਾਰ ਦੀ, ਇਹ ਚੱਕਰ ਕੀ ਹੈ? ਪ੍ਰਤਾਪ ਸਿੰਘ ਬਾਜਵਾ ਕੋਲੇ ਗੱਲ ਕਿਵੇਂ ਪਹੁੰਚ ਗਈ? ਸਿੱਧੂ ਮੂਸੇ ਵਾਲੇ ਮਾਮਲੇ ਤੇ ਵੀ ਪਹਿਲਾਂ ਬੜਾ ਜਿਹੜਾ ਤਾਂ ਹੁੰਦੀਆਂ ਰਹੀਆਂ ਕਿ ਬਾਹਰ ਕਿਵੇਂ ਇਨਫੋਰਮੇਸ਼ਨ ਪਹੁੰਚ ਗਈ, ਬਾਹਰ ਚਿੱਠੀ ਲੀਕ ਕਿਵੇਂ ਹੋ ਗਈ, ਭਗਵੰਤ ਮਾਨ ਦੇ ਦਫ਼ਤਰ ਚੋਂ ਲੀਕ ਹੋ ਗਈ, ਗ੍ਰਹਿ ਵਿਭਾਗ ਚੋਂ ਲੀਕ ਹੋ ਗਈ, ਤਾਂ ਹੁਣ ਫਿਰ ਚਿੱਠੀ ਬਾਹਰ ਨਿਕਲ ਗਈ, ਚੱਕਰ ਕੀ ਹੈ? ਸੁਖਵਿੰਦਰ ਜੀ, ਚਿੱਠੀਆਂ ਬਾਹਰ ਨਿਕਲਦੀਆਂ ਨਹੀਂ ਹੁੰਦੀਆਂ, ਚਿੱਠੀਆਂ ਬਾਹਰ ਕਢਵਾਈਆਂ ਜਾਂਦੀਆਂ ਨੇ। ਇਹ ਇੱਕ ਗੱਲ ਤੁਸੀਂ ਯਾਦ ਰੱਖਿਓ ਕਿ ਜਦੋਂ ਅਸੀਂ ਕਹਿੰਦੇ ਕਿ ਚਿੱਠੀ ਸਾਹਮਣੇ ਆ ਗਈ, ਚਿੱਠੀ ਕਦੇ ਸਾਹਮਣੇ ਨਹੀਂ ਆਉਂਦੀ, ਚਿੱਠੀ ਆਪ ਹੀ ਜਿਹੜੀ ਸਾਹਮਣੇ ਕਰਵਾਈ ਜਾਂਦੀ ਆ ਤਾਂ ਜੋ ਸਰਕਾਰ ਦਾ ਵੀ ਇੱਕ ਇੰਪੈਕਟ ਇਹੋ ਜਿਹਾ ਹੋਵੇ ਕਿ ਸਰਕਾਰ ਨੂੰ ਆਹ ਸਵਾਲ ਹੋਏ ਨੇ ਜਾਂ ਵਿਰੋਧੀ ਧਿਰਾਂ ਨੂੰ ਇਹ ਹੋਏ ਨੇ। ਇਹ ਇੱਕ ਪੁਰਾਣੀਆਂ ਚਾਲਾਂ ਹੁੰਦੀਆਂ ਨੇ ਸ਼ਤਰੰਜੀ ਰਾਜਨੀਤੀ ਦੇ ਖੇਤਰ ਵਿੱਚ ਖੇਡੀਆਂ ਜਾਂਦੀਆਂ ਕਿ ਇਹ ਚਿੱਠੀ ਸਾਹਮਣੇ ਆਈ। ਹੁਣ ਬੜੀ ਵਧੀਆ ਤੁਸੀਂ ਸਟਾਰਟ ਤੇ ਖੁਦ ਹੀ ਗੱਲ ਕੀਤੀ ਆ, ਕਿਤੇ ਸੋਸ਼ਲ ਮੀਡੀਆ ਤੇ ਨਹੀਂ, ਕਿਤੇ ਕੁਝ ਨਹੀਂ, ਸਿਰਫ ਪ੍ਰਤਾਪ ਸਿੰਘ ਬਾਜਵੇ ਕੋਲ ਚਿੱਠੀ ਆ ਤੇ ਅਖਬਾਰਾਂ ਦੇ ਵਿੱਚ ਵੀ ਇਹ ਖਬਰਾਂ ਜਿਹੜੀਆਂ ਲੱਗਣ ਡਈਆਂ ਨੇ। ਹਾਲਾਂਕਿ ਉਹ 20 ਸਵਾਲ ਕਿਹੜੇ ਨੇ ਕਿਹੜੇ ਨਹੀਂ, ਜੇਕਰ ਵਾਕਿਆ ਹੀ ਇੰਨੀ ਹੈਰਾਨਗੀ ਦੀ ਗੱਲ ਆ ਕਿ ਪੰਜਾਬ ਪੁਲਿਸ ਦੀਆਂ ਫਾਈਲਾਂ ਦੇ ਵਿੱਚੋਂ ਚਿੱਠੀ ਨਿਕਲ ਕੇ ਬਾਹਰ ਆ ਜਾਂਦੀ ਆ, ਫਿਰ ਤਾਂ ਸੁਖਵਿੰਦਰ ਜੀ ਪੰਜਾਬ ਪੁਲਿਸ ਦਾ ਰੱਬ ਹੀ ਰੱਖਾ। ਫਿਰ ਇਹਦੇ ਖੁਫੀਆ ਸੂਤਰ ਕੀ ਆ? ਫਿਰ ਜੇਕਰ ਜਦੋਂ ਸਿਕਿਉਰਿਟੀ ਵਾਪਸ ਲੈਪਸ ਕੀਤੀ ਗਈ ਨੇਤਾਵਾਂ ਦੀ, VVIP ਦੀ ਜਾਂ VIP ਦੀ, ਤੇ ਜਿਸ ਤਰੀਕੇ ਨਾਲ ਉਹ ਚਿੱਠੀਆਂ ਰਿਲੀਜ਼ ਹੋਈਆਂ ਅਜੇ ਤੱਕ ਪਤਾ ਹੀ ਨਹੀਂ ਲੱਗ ਸਕਿਆ ਕੋਰਟ ਦੇ ਵਿੱਚ, ਅਜੇ ਪਤਾ ਹੀ ਨਹੀਂ ਪੰਜਾਬ ਸਰਕਾਰ ਕਰ ਸਕੇਗੀ ਉਹ ਚਿੱਠੀ ਲੀਕ ਕਿਹਨੇ ਕੀਤੀ, ਜਦੋਂ ਕਿ ਦੂਜੇ ਪਾਸੇ ਸਾਰਿਆਂ ਲੋਕਾਂ ਨੂੰ ਪਤਾ। ਕੋਰਟ ਦੇ ਵਿੱਚ ਜਵਾਬ ਦੇਣ ਲੱਗਿਆ ਕਹਿ ਦਿੰਦੇ ਕਿ ਸਾਨੂੰ ਇਸ ਦਾ ਪਤਾ ਨਹੀਂ। ਸੋ ਇਹੋ ਜਿਹੀਆਂ ਚਿੱਠੀਆਂ ਜਿਹੜੀਆਂ ਜਾਰੀ ਮਾਫ ਕਰਨਾ ਬਾਹਰ ਆਉਂਦੀਆਂ ਨਹੀਂ, ਬਾਹਰ ਆਪ ਹੀ ਕਢਵਾਈਆਂ ਜਾਂਦੀਆਂ ਤਾਂ ਜੋ ਸਰਕਾਰ ਇੱਕ ਕਿਸਮ ਦਾ ਇਹ ਕਹਿ ਸਕੇ ਕਿ ਵੇਖੋ ਕਿ ਸਾਡੇ ਉੱਤੇ ਇਹ ਸਵਾਲ ਪੁੱਛੇ ਗਏ ਨੇ, ਅਸੀਂ ਇਸ ਪ੍ਰਤੀ ਇਹ ਐਕਸ਼ਨ ਲਿਆ। ਇਸ ਸੰਬੰਧੀ ਕਦੇ ਵੀ ਅੱਜ ਤੱਕ ਨਾ ਤਾਂ ਕੋਈ ਜਾਣਕਾਰੀ ਸਾਹਮਣੇ ਆਈ ਹੈ। ਤੁਹਾਨੂੰ ਯਾਦ ਹੋਣਾ ਕਿ ਸ਼ਾਇਦ ਸਵਾਲ ਮੇਰਾ ਜਵਾਬ ਲੰਮਾ ਹੋ ਜਾਏ, ਜਦੋਂ ਚਰਨਜੀਤ ਸਿੰਘ ਮਾਫ ਕਰਦਾ ਬਿਕਰਮ ਸਿੰਘ ਮਜੀਠੀਆ ਜਦੋਂ ਬਾਹਰ ਆਏ ਨੇ, ਉਹਨਾਂ ਨੇ ਵੀ ਹੁੰਦਿਆਂ ਗੱਲ ਕਹੀ ਸੀ ਕਿ ਮੇਰੇ ਕੋਲ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਹੈਗੀ ਆ, ਕੋਈ ਨਹੀਂ ਕੱਢਾਂਗੇ। ਪਤਾ ਨਹੀਂ ਉਹ ਵੀ ਉਹਨਾਂ ਨੇ ਕੱਢਣੀ ਹੈ ਕਿ ਨਹੀਂ ਕੱਢਣੀ, ਪਰ ਇੱਕ ਥ੍ਰੈਟ ਜਿਹੜਾ ਉਹਨਾਂ ਨੇ ਜ਼ਰੂਰ ਕਰਤਾ ਕਿ ਬੰਦਾ ਜਿੱਥੇ ਬੈਠਾ ਥੋੜਾ ਜਿਹਾ ਹਿੱਲਿਆ ਜਾ ਰਵੇ। ਸੋ ਰਾਜਨੀਤੀ ਦੇ ਵਿੱਚ ਇਹੋ ਜਿਹੇ ਕੰਮ ਚੱਲਦੇ ਰਹਿੰਦੇ ਨੇ, ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਉਧਰ ਅਣਖੀ ਸਾਹਿਬ ਕਹਿੰਦੇ ਜਿਹੜੇ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਦੇ ਵਿੱਚ ਈਡੀ ਦੀ ਰੇਡ ਹੋਈ ਸੀ, ਉਹ ਘਰੋਂ ਕਹਿੰਦੇ 32 ਲੱਖ ਰੁਪਇਆ ਲੈ ਕੇ, ਮੋਬਾਈਲ ਲੈ ਕੇ, ਕੀ ਕੁਝ ਲੈ ਕੇ ਈਡੀ ਵਾਲੇ, ਕੀ ਚੱਕਰ ਕੀ ਪੈ ਗਿਆ? ਸੁਖਵਿੰਦਰ ਜੀ, 14 ਘੰਟੇ ਰੇਡ ਜਿਹੜੀ ਹੋਈ ਆ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ, ਤੇ ਅੱਜ ਰਾਜਨੀਤੀ ਵੀ ਕਾਫੀ ਚਮਕੀ ਉਸ ਮੁੱਦੇ ਤੇ। ਹਲਕਾ ਵਿਧਾਇਕ ਜਿਹੜੇ ਉੱਥੋਂ ਦੇ ਕਾਂਗਰਸ ਦੇ ਹਲਕਾ ਇੰਚਾਰਜ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਜਿਹੜੀ ਚੰਡੀਗੜ੍ਹ 'ਚ ਕਾਂਗਰਸ ਭਵਨ 'ਚ ਕੀਤੀ ਤੇ ਬੜੇ ਗੰਭੀਰ ਦੋਸ਼ ਜਿਹੜੇ ਨੇ ਉਹਨਾਂ ਨੇ ਜਸਵੰਤ ਸਿੰਘ ਗੱਜਣ ਮਾਜਰਾ ਤੇ ਲਾਏ ਨੇ। ਪ੍ਰਸ਼ਨ ਜਿਹੜਾ ਤੁਸੀਂ ਮੈਨੂੰ ਪੁੱਛਿਆ ਸਿੱਧਾ ਉਸ ਰੇਡ ਦਾ ਪੁੱਛਿਆ ਕਿ ਜਿਹੜੀ ਰੇਡ ਉਹਦੇ ਵੱਲ ਕੀਤੀ ਗਈ ਆ, ਬੜੇ ਸੀਨੀਅਰ ਅਧਿਕਾਰੀ ਕਹਿੰਦੇ ਨੇ ਉਹਦੇ 'ਚ ਈਡੀ ਦੇ ਪੇਸ਼ ਹੋਏ ਨੇ ਤੇ 32 ਲੱਖ ਜਿਹੜਾ ਨਗਦ ਰਾਸ਼ੀ ਜਿਹੜੀ ਆ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲਈ ਆ, ਤੇ ਜਾਂਦੇ ਹੋਏ ਉਹਨਾਂ ਦਾ ਮੋਬਾਈਲ ਤੇ ਉਹਨਾਂ ਦੇ ਭਰਾ ਦਾ ਮੋਬਾਈਲ ਵੀ ਲੈ ਕੇ ਈਡੀ ਜਿਹੜੀ ਆ ਉਹ ਚਲੀ ਗਈ ਆ। ਹੁਣ 14 ਘੰਟੇ ਰੇਡ ਚੱਲੀ ਹੋਵੇ ਤਾਂ ਬਹੁਤ ਕੁਝ ਹੱਥ ਵਿੱਚ ਜਿਹੜਾ ਆਉਂਦਾ ਤੇ ਬਹੁਤ ਕੁਝ ਇਹੋ ਜਿਹੀਆਂ ਚੀਜ਼ਾਂ ਵੀ ਹੋਣਗੀਆਂ ਜਿਹੜੀਆਂ ਉਹਨਾਂ ਨੇ ਸਾਹਮਣੇ ਨਹੀਂ ਕੀਤੀਆਂ, ਪਰ ਜੋ ਸਾਹਮਣੇ ਆਇਆ ਉਸ ਆਧਾਰ ਤੇ ਇਹ ਆ। ਪਰ ਦੂਜੇ ਪਾਸੇ ਜਸਵੰਤ ਸਿੰਘ ਗੱਜਣ ਮਾਜਰਾ ਨੇ ਕਿਹਾ ਕਿ ਮੈਂ ਕਾਰੋਬਾਰੀ ਬੰਦਾ, ਇੰਨੀ ਰਾਸ਼ੀ ਮੇਰੇ ਘਰ ਇਕੱਠੀ ਹੋਣੀ ਕੋਈ ਏਡੀ ਵੱਡੀ ਗੱਲ ਨਹੀਂ ਆ, ਕਿਉਂਕਿ ਉਹਨਾਂ ਦਾ ਜਿਹੜਾ ਕੰਮ ਹੈ ਸਕੂਲਾਂ ਦਾ ਵੀ ਆ, ਦੂਜੇ ਪਾਸੇ ਫੈਕਟਰੀਆਂ ਵੀ ਆ, ਕਲੋਨੀਨਾਈਜ਼ਰ ਵੀ ਨੇ। ਤਾਂ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕੱਲੇ ਪੈਸੇ ਦਾ ਹਿਸਾਬ ਹੈਗਾ, ਮੈਨੂੰ ਕੋਈ ਚਿੰਤਾ ਨਹੀਂ, ਤਾਂ ਅਸੀਂ ਕਿਸੇ ਦਬਾਅ ਦੇ ਥੱਲੇ ਦਬਾਂਗੇ ਨਹੀਂ। ਤਾਂ ਈਡੀ ਨੇ ਜਿਹੜੇ ਉਹਨਾਂ ਦੇ ਬਿਆਨ ਵੀ ਜਿਹੜੇ ਉਹ ਦਰਜ ਕੀਤੇ ਨੇ, ਤਾਂ ਈਡੀ ਜਾਂਦਿਆਂ ਹੋਇਆ ਇਹ ਸਮਾਨ ਜਿਹੜਾ ਲੈ ਗਈ ਆ। ਸੁਖਵਿੰਦਰ ਜੀ,
ਅਗਰ ਇਸ ਚੀਜ਼ ਨੂੰ ਆਪਾਂ ਹੋਰ ਨੁਕਤੇ ਨਿਗਾਹ ਤੋਂ ਵੇਖੀਏ ਤਾਂ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਹਮੇਸ਼ਾ ਈਡੀ ਜਿਹੜੀ ਹੈ ਦਖਲ ਅੰਦਾਜ਼ੀ ਕਰਦੀ ਹੈ। ਜਸਵੰਤ ਸਿੰਘ ਗੱਜਣ ਮਾਜਰਾ ਸਾਹਿਬ ਜਿਹੜੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਨੇ, ਇਹਨਾਂ ਨੇ 40 ਕਰੋੜ ਰੁਪਈਆ ਜਿਹੜਾ ਬੈਂਕ ਪਾਸੋਂ ਜਿਹੜਾ ਲਿਆ ਹੈ ਕਰਜ਼ੇ ਦੇ ਰੂਪ ਦੇ ਵਿੱਚ 4 ਇੰਸਟਾਲਮੈਂਟਾਂ ਦੇ ਵਿੱਚ, ਤੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਇੱਕ ਵੀ ਰਕਮ ਦੀ ਜਿਹੜੀ ਅਦਾਇਗੀ ਆ ਉਹ ਵਾਪਸ ਜਿਹੜੀ ਆ ਨਹੀਂ ਕੀਤੀ। ਤਾਂ ਉਸ ਵਕਤ ਬੈਂਕ ਨਾਲ ਫਰਾਡ ਕਰਨ ਦੇ ਮਸਲੇ ਦੇ ਵਿੱਚ ਬੈਂਕ ਵੱਲੋਂ ਜਿਹੜੀ ਸ਼ਿਕਾਇਤ ਸੀ ਸੀਬੀਆਈ ਨੂੰ ਕੀਤੀ ਗਈ, ਤਾਂ ਪਹਿਲੀ ਰੇਡ ਜਿਹੜੀ ਸੀ ਸੀਬੀਆਈ ਦੀ ਹੋਈ ਸੀ ਅਦੇ ਉਹਨਾਂ ਦੇ ਉੱਤੇ, ਖਾਸ ਤੌਰ ਤੇ ਚੇਤਨ ਆਪਣੇ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ। ਤਾਂ ਸੀਬੀਆਈ ਦੀ ਰੇਡ ਤੋਂ ਬਾਅਦ ਹੀ ਈਡੀ ਜਿਹੜੀ ਆ ਹਰਕਤ ਵਿੱਚ ਉਸੇ ਤਰੀਕੇ ਨਾਲ ਆਈ ਆ ਜਿਸ ਤਰੀਕੇ ਨਾਲ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੇ ਜਿਹੜੇ ਹੈਗੇ ਸੀ ਮੰਤਰੀ ਪਾਰਥ ਬੈਨਰਜੀ, ਉਹਦੇ ਘਰ ਜਿਸ ਤਰੀਕੇ ਨਾਲ ਪਹਿਲਾਂ ਸੀਬੀਆਈ ਰੇਡ ਕਰਦੀ ਆ, ਫਿਰ ਈਡੀ ਉਸ ਨੂੰ ਕਬਜ਼ੇ 'ਚ ਲੈਂਦੀ ਆ, ਸੋ ਹੀ ਪ੍ਰੋਸੀਜਰ ਇੱਥੇ ਅਪਣਾਇਆ ਗਿਆ। ਸੀਬੀਆਈ ਤੋਂ ਬਾਅਦ ਹੀ ਈਡੀ ਦੀ ਜਿਹੜੀ ਐਂਟਰੀ ਜਿਹੜੀ ਆ ਜਸਵੰਤ ਸਿੰਘ ਗੱਜਣ ਮਾਜਰਾ ਦੇ ਕੇਸ ਦੇ ਵਿੱਚ ਹੋਈ ਆ। ਤੇ ਇਹ ਸਾਰੇ ਮਸਲੇ ਨੂੰ ਬੈਂਕ ਘੁਟਾਲੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਕਿ ਜਿਹੜੀ ਰਾਸ਼ੀ 40 ਕਰੋੜ ਦੇ ਕਰੀਬ 40.92 ਕਰੋੜ ਰੁਪਇਆ ਸੀ ਜਿਹੜੀ ਇਹਨਾਂ ਨੇ ਵਾਪਸ ਜਿਹੜੀ ਅਜੇ ਤੱਕ ਨਹੀਂ ਕੀਤੀ। ਤਾਂ ਬੈਂਕ ਦਾ ਦੋਸ਼ ਆ ਕਿ ਇਹ ਜਿਹੜੀ ਰਾਸ਼ੀ ਇਹਨਾਂ ਨੇ ਕਰਜ਼ੇ 'ਚ ਰੂਪ ਲਈ ਜਿਸ ਕੰਮ ਵਾਸਤੇ ਲਈ ਉਸ ਕੰਮ ਵਾਸਤੇ ਇਹਨਾਂ ਨੇ ਵਰਤੀ ਨਹੀਂ। ਸੋ ਉਸ ਆਧਾਰ ਤੇ ਈਡੀ ਜਿਹੜੀ ਆ ਹੁਣ ਇਸ ਮੁੱਦੇ ਨੂੰ ਜਾਂਚ ਜਿਹੜੀ ਕਰ ਰਹੀ ਆ। ਬਾਕੀ ਸਿਆਸੀ ਲੋਕ ਇਸ ਨੂੰ ਹੋਰ ਐਂਗਲ ਨਾਲ ਵੇਖ ਰਹੇ ਆ, ਉਹ ਇਸ ਗੱਲ ਵੇਖ ਰਹੇ ਕਿ ਗੁਜਰਾਤ ਤੇ ਹਿਮਾਚਲ 'ਚ ਚੋਣਾਂ ਹੋਣ ਵਾਲੀਆਂ ਨੇ, ਹਰਿਆਣੇ ਦੇ ਵਿੱਚ ਵੀ ਚੋਣਾਂ ਹੋਣ ਵਾਲੀਆਂ ਨੇ, ਤੇ ਭਾਜਪਾ ਜਿਹੜੀ ਇੱਕ ਦਬਾਅ ਦੀ ਨੀਤੀ ਦੇ ਤਹਿਤ ਈਡੀ ਦੀ ਵਰਤੋਂ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਨਿਸ਼ਾਨੇ ਤੇ ਲੈ ਰਹੀ ਆ। ਇਹਨਾਂ ਦਾ ਆਪਣਾ ਪੱਖ ਹੈਗਾ। ਬਾਕੀ ਫਰਾਡ ਦਾ ਜਿਹੜਾ ਕੇਸ ਆ ਉਹ ਤਾਂ ਸੁਖਵਿੰਦਰ ਜੀ ਸਾਰਿਆਂ ਦੇ ਸਾਹਮਣੇ ਹੀ ਹੈ ਕਿ ਜਿਹੜਾ ਬੈਂਕ ਨਾਲ ਕੀਤਾ। ਬਾਕੀ ਜਸਵੰਤ ਸਿੰਘ ਗੱਜਣ ਮਾਜਰਾ ਉਦੋਂ ਚਰਚਾਵਾਂ 'ਚ ਆਏ ਸਨ ਜਦੋਂ ਇਹਨਾਂ ਨੇ ਇੰਨੀ ਗੱਲ ਕਹੀ ਕਿ ਮੈਂ ਤਨਖਾਹ ਜਿਹੜੀ ਵਿਧਾਇਕ ਦੀ ਤਨਖਾਹ ਨਹੀਂ ਲੈਣੀ, ਕੇਵਲ 1 ਰੁਪਈਆ ਲੈਣਾ। ਤਾਂ ਹੁਣ ਉਹ 1 ਰੁਪਏ ਦਾ ਅਸਲੀ ਰਾਜ ਸਾਹਮਣੇ ਆ ਰਿਹਾ। ਜਿਸ ਬੰਦੇ ਨੇ ਪਹਿਲਾਂ ਹੀ ਬੈਂਕਾਂ ਕੋਲ ਇਹਨਾਂ ਮਾਲ ਮਤਾ ਛਕ ਲਿਆ ਹੋਵੇ ਤਾਂ ਫਿਰ 1 ਰੁਪਈਆ ਵੀ ਨਾ ਲਓ, ਕੋਈ 5 ਪੈਸੇ ਵੀ ਲਵੋ ਤਾਂ ਵੀ ਕੋਈ ਗੱਲ ਨਹੀਂ, ਤੁਹਾਡੇ ਝੰਡੇ ਬੁਲੰਦ ਹੀ ਰਹਿਣੇ। ਸੋ ਹੁਣ ਜਿਹੜਾ ਬੰਦਾ ਇੱਕ 10 ਦੀ ਕਿਰਤ ਕਮਾਈ ਕਰਨ ਵਾਲਾ ਬੰਦਾ, ਉਹ ਤੇ ਤਨਖਾਹ ਨਹੀਂ ਜੇ ਛੱਡਦਾ, ਭਾਵੇਂ 10 ਰੁਪਏ ਹੋਵੇ ਤੇ ਭਾਵੇਂ 100 ਰੁਪਈਆ ਹੋਵੇ ਤੇ ਭਾਵੇਂ 4000 ਹੋਵੇ। ਜਿਸ ਬੰਦੇ ਨੇ ਕੰਮ ਕੀਤਾ ਤੇ ਜਿਸ ਬੰਦੇ ਨੂੰ ਪਹਿਲਾਂ ਹੀ ਛਕਾ ਕੇ ਇੰਨਾ ਛਕ ਲਿਆ ਹੋਵੇ ਤਾਂ ਫਿਰ ਉਹਨੂੰ ਕੋਈ ਫਰਕ ਨਹੀਂ, ਤਨਖਾਹ ਨਾ ਵੀ ਲਵੇ ਕੋਈ ਫਰਕ ਨਹੀਂ ਪੈਂਦਾ। ਪਰ ਇਹ ਹੁਣ ਜਿਹੜੀ ਰੇਡ ਆ, ਈਡੀ ਦੀ ਰੇਡ ਜਿਹੜੀ ਆ, ਇਹ ਉਸ ਸੰਬੰਧ ਦੇ ਵਿੱਚ ਹੋਈ ਆ ਜਿਹੜੀ ਬੈਂਕ ਨਾਲ ਫਰਾਡ ਕੀਤਾ ਗਿਆ ਸੀ ਜੀ। ਬਿਲਕੁਲ ਬਿਲਕੁਲ। ਤਾਂ ਅਗਲੀ ਖਬਰ ਲੈ ਲੈਂਦੇ ਆ। ਆਖਰੀ ਖਬਰ ਹੈ, ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਜਿਹੜੀ ਖਾਰਜ ਹੋ ਗਈ। ਪਟਿਆਲਾ ਜੇਲ੍ਹ ਦੇ ਵਿੱਚ ਮੱਛਰਾਂ ਦੇ ਨਾਲ ਹਲੇ ਹੋਰ ਕਈ ਦਿਨ ਰਹਿਣਾ ਪਊਗਾ। ਹਾਲਾਂਕਿ ਮਜੀਠੀਆ ਹੁਣੀ ਕਹਿੰਦੇ ਕਿ ਅਸੀਂ ਮੱਛਰਾਂ ਨੂੰ ਜਿਹੜਾ ਉਹ ਸੁਨੇਹਾ ਇਹ ਭੇਜਦੇ ਆ ਕਿ ਭਾਈ ਨਾ ਲੜਿਓ, ਬੰਦਾ ਆਪਣਾ ਹੀ ਆ, ਭਰਾ ਆਪਣਾ। ਚਲੋ ਕਹਿੰਦੇ ਹੁਣ ਮੱਛਰ ਤਾਂ ਨਹੀਂ ਲੜਦੇ, ਪਰ ਹੁਣ ਕਈ ਦਿਨ ਕਹਿੰਦੇ ਹੋਰ ਲਾਉਣੇ ਪੈਣੇ ਆ। ਜ਼ਮਾਨਤ ਅਰਜ਼ੀ ਖਾਰਜ ਹੋ ਗਈ ਹੈ, ਹੁਣ ਹਾਈ ਕੋਰਟ ਦਾ ਰੁਖ ਕਰਨਗੇ। ਕੀ ਲੱਗਦਾ ਕਿ ਹਾਈ ਕੋਰਟ ਦੇ ਵਿੱਚੋਂ ਮਿਲ ਸਕਦੀ ਆ ਬੇਲ ਏਡੀ ਜਲਦੀ ਕਿ ਨਹੀਂ? ਸੁਖਵਿੰਦਰ ਜੀ, ਜੋ ਮਰਜ਼ੀ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਤਰਕ, ਜਿਹੜੀ ਉਹਨਾਂ ਦਾ ਗੱਲਬਾਤ ਕਰਨ ਦਾ ਅੰਦਾਜ਼ ਹੁੰਦਾ, ਉਹ ਬੜਾ ਪਿਆਰਾ ਜਿਹਾ, ਬੜਾ ਪੋਲੇ ਪੋਲੇ ਸ਼ਬਦਾਂ ਦੇ ਨਾਲ ਕਹਿੰਦੇ ਹਾਂ ਆਪਣਾ ਭਰਾ ਆ, ਛੋਟਾ ਆ, ਉਹਨੂੰ ਕਹਿ ਤਾ ਮੱਛਰਾਂ ਨੂੰ ਮੇਰੇ ਵਾਲੀ ਬੈਰਕ 'ਚ ਹੀ ਪਿਆ ਲੰਮੇ, ਕਹਿ ਤਾ ਮੱਛਰਾਂ ਨੂੰ ਤੰਗ ਨਾ ਕਰਨ, ਆਪਣਾ ਭਰਾ ਹੀ ਆ। ਪਰ ਇੱਕ ਗੱਲ ਆ ਕਿ ਬਿਕਰਮ ਸਿੰਘ ਮਜੀਠੀਆ ਦੀ ਭਰਾ ਉਹ ਜ਼ਰੂਰ ਕਹਿ ਦਿੰਦੇ ਆ, ਭਾਈ ਉਹ ਨਵਜੋਤ ਸਿੰਘ ਸਿੱਧੂ ਹੋਵੇ ਤੇ ਭਾਈ ਕੋਈ ਹੋਵੇ, ਭਰਾ ਤੋਂ ਮੇਲਾ ਨਹੀਂ ਕਦੇ ਵੀ ਉਹ ਬੋਲੇ। ਖੈਰ ਚਲੋ ਅਸਲੀ ਗੱਲ ਵੱਲ ਆਈਏ ਤੇ ਹੁਣ ਭਾਰਤ ਭੂਸ਼ਣ ਆਸ਼ੂ ਦੀ ਅੱਜ ਦੀ ਇਸ ਅਦਾਲਤੀ ਪ੍ਰਕਿਰਿਆ ਦੇ ਉੱਤੇ ਬੜੀਆਂ ਲੋਕਾਂ ਦੀ ਨਜ਼ਰ ਸੀ ਕਿ ਅੱਜ ਉਹਨਾਂ ਨੂੰ ਜ਼ਮਾਨਤ ਮਿਲਦੀ ਆ ਕਿ ਨਹੀਂ ਮਿਲਦੀ, ਕਿਉਂਕਿ ਜਿਸ ਤਰੀਕੇ ਨਾਲ ਬੀਤੀ 7 ਨੂੰ ਫੈਸਲਾ ਅਦਾਲਤ ਵੱਲੋਂ ਰਾਖਵਾਂ ਰੱਖ ਲਿਆ ਗਿਆ ਸੀ, ਤਾਂ ਉਸੇ ਦਿਨ ਸੁਖਵਿੰਦਰ ਜੀ ਜਿਹੜੀ ਰਾਹੁਲ ਗਾਂਧੀ ਦੀ ਏਕਤਾ ਯਾਤਰਾ ਜਾਂ ਜਿਹੜੀ ਯਾਤਰਾ ਉਹਨੇ ਤਿਰੰਗਾ ਯਾਤਰਾ ਜਿਹੜੀ ਸ਼ੁਰੂ ਕਰਨੀ ਸੀ ਉਹ ਕਰਨੀ ਸੀ 7 ਸਤੰਬਰ ਤੋਂ, ਤੇ ਉਦੋਂ ਫੈਸਲਾ ਰਾਖਵਾਂ ਰੱਖ ਲਿਆ ਗਿਆ। ਤੇ ਅੱਜ ਬਹੁਤ ਸਾਰੇ ਕਾਂਗਰਸੀ ਨੇਤਾਵਾਂ ਨੂੰ ਇਹ ਆਸ ਸੀ ਕਿ ਸ਼ਾਇਦ ਭਾਰਤ ਭੂਸ਼ਣ ਆਸ਼ੂ ਹੁਣੀ ਪਟਿਆਲਾ ਜੇਲ੍ਹ ਤੋਂ ਮੱਛਰਾਂ ਤੋਂ ਮੁਕਤ ਹੋ ਕੇ ਜਾਂ ਮੱਛਰਾਂ ਨਾਲ ਲੜ ਲੁੜ ਕੇ ਬਾਹਰ ਆ ਕੇ ਥੋੜਾ ਜਿਹਾ ਆਪਣਾ ਚੰਗਾ ਸੌਖਾ ਟਾਈਮ ਕੱਟਣਗੇ ਤੇ ਸ਼ਾਇਦ ਉਹ ਕੱਲ ਨੂੰ ਉਸ ਤਿਰੰਗਾ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਦਾ ਨਜ਼ਰ ਵੀ ਆਉਂਦੇ। ਪਰ ਸ਼ਾਇਦ ਅਜੇ ਇਹ ਗੱਲਾਂ ਠੀਕ ਨਹੀਂ ਹਨ, ਅਜੇ ਇਹ ਗੱਲਾਂ ਮਨਜ਼ੂਰ ਨਹੀਂ ਹੈ। ਤਾਂ ਅਦਾਲਤ ਨੇ ਅੱਜ ਭਾਰਤ ਭੂਸ਼ਣ ਆਸ਼ੂ ਦੀ ਉਹ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪਿਆ। ਤਾਂ ਹੁਣ ਕੁਦਰਤੀ ਤੌਰ ਤੇ ਉਹਨਾਂ ਕੋਲ ਜਿਹੜਾ ਵਿਕਲਪ ਬਚਦਾ ਉਹ ਵਿਕਲਪ ਹਾਈ ਕੋਰਟ ਦੇ ਵਿੱਚ ਹੀ ਜਾਂਦਾ ਹੈ। ਔਰ ਹਾਈ ਕੋਰਟ ਦੇ ਵਿੱਚ ਵੇਖੋ ਹਰ ਵਿਅਕਤੀ ਜਾ ਸਕਦਾ, ਈਵਨ ਕਿ ਬਿਕਰਮ ਸਿੰਘ ਮਜੀਠੀਆ ਦਾ ਸੁਪਰੀਮ ਕੋਰਟ ਤੋਂ ਹੋ ਕੇ ਆਏ ਨੇ। ਜ਼ਮਾਨਤ ਲੈਣ ਦਾ ਹੱਕ, ਜ਼ਮਾਨਤ ਦੇਣ ਦਾ ਹੱਕ ਹਰ ਵਿਅਕਤੀ ਨੂੰ ਸੰਵਿਧਾਨਕ ਤੌਰ ਤੇ ਸੁਪਰੀਮ ਕੋਰਟ ਤੋਂ ਵੀ ਬੜੇ ਗੇੜੇ ਖਾਣ ਤੋਂ ਬਾਅਦ ਜ਼ਮਾਨਤ ਮਿਲੀ ਉਹਨਾਂ ਨੂੰ।
ਜੀ ਬਿਲਕੁਲ ਬਿਲਕੁਲ, ਇਹ ਤਾਂ ਹੁਣ ਵੇਖਣਾ ਪਏਗਾ ਨਾ ਕਿ ਸਥਿਤੀਆਂ ਕੀ ਨੇ, ਸਥਿਤੀਆਂ ਕਿਹੋ ਜਿਹੀਆਂ ਨੇ ਭਾਰਤ ਭੂਸ਼ਣ ਆਸ਼ੂ ਦੇ ਕੇਸ ਦੀਆਂ। ਹੇਠਲੀ ਅਦਾਲਤ ਨੇ ਤਾਂ ਲੁਧਿਆਣਾ ਕੋਰਟ ਨੇ ਤਾਂ ਉਹਨਾਂ ਨੂੰ ਕਹਿ ਦਿੱਤਾ ਕਿ ਹੁਣ ਆਪਣੇ ਕੋਲ ਇਹੋ ਜਿਹਾ ਤੁਹਾਨੂੰ ਅਸੀਂ ਮੁਕਤ ਨਹੀਂ ਕਰ ਸਕਦੇ, ਤੁਹਾਨੂੰ ਹੁਣ ਮੁਕਤੀ ਵਾਸਤੇ ਪੰਜਾਬ ਹਰਿਆਣਾ ਹਾਈ ਕੋਰਟ 'ਚ, ਉਸੇ ਹਾਈ ਕੋਰਟ 'ਚ ਜਾਣਾ ਪਏਗਾ ਜਿਸ ਹਾਈ ਕੋਰਟ ਵੱਲੋਂ ਆਸ਼ੂ ਨਹੀਂ ਕਹਿੰਦੇ ਹੁੰਦੇ ਕਿ ਜਾ ਕੇ ਹਾਈ ਕੋਰਟ ਨੂੰ ਕਹਿ ਦੇ ਕਿ ਮੰਤਰੀ ਨਹੀਂ ਮੰਨਦਾ। ਹੁਣ ਪਤਾ ਲੱਗੇਗਾ ਕਿ ਹੁਣ ਹਾਈ ਕੋਰਟ ਜੇਕਰ ਹਾਈ ਕੋਰਟ ਉਸ ਮੰਤਰੀ ਨੂੰ, ਉਸ ਸਾਬਕਾ ਮੰਤਰੀ ਨੂੰ ਕਿਸ ਤਰੀਕੇ ਨਾਲ ਵੇਂਦੀ ਆ ਕਿ ਜਿਹੜਾ ਮੰਤਰੀ ਕਹਿੰਦਾ ਕਿ ਜਾ ਮੈਂ ਤੈਨੂੰ ਨਹੀਂ ਮੰਨਦਾ। ਮੰਤਰੀ ਦਾ ਹੁਣ ਪਹਿਲਾਂ ਮੰਤਰੀ ਤਾਂ ਨਹੀਂ ਸੀ ਮੰਨਦਾ, ਹੁਣ ਦੇਖਦੇ ਆ ਹਾਈ ਕੋਰਟ ਮੰਨਦਾ ਕਿ ਨਹੀਂ ਮੰਨਦਾ। ਹਾਈ ਕੋਰਟ ਜੀ ਬਿਲਕੁਲ ਬਿਲਕੁਲ, ਮੈਂ ਸੁਖਵਿੰਦਰ ਜੀ ਉਹੀ ਲੱਗਾ ਹਾਂ ਕਹਿਣ ਕਿ ਮੰਨ ਲਓ ਹਾਈ ਕੋਰਟ ਦੇ ਵਿੱਚ ਕੋਈ ਮਾਨਯੋਗ ਕੋਈ ਉਹੋ ਜਿਹਾ ਕਰਖਤ ਜੱਜ ਹੋਵੇ ਜਿਸ ਨੂੰ ਵਾਕਿਆ ਹੀ ਉਸ ਅਦਾਲਤੀ ਪ੍ਰਕਿਰਿਆ ਦਾ ਕਿਤੇ ਅਫਸੋਸ ਹੋਏ ਕਿ ਇਸ ਬੰਦੇ ਨੇ ਕਿਹਾ ਕੀ ਸੀ, ਤਾਂ ਉਹ ਕਵੇ ਕਿ ਚਲੋ ਬਾਕੀ ਗੱਲ ਤਾਂ ਕੋਈ ਨਹੀਂ, ਫਿਰ ਤੈਨੂੰ ਦੱਸਦੇ ਆ ਕਿ ਹਾਈ ਕੋਰਟ ਕੀ ਕਰ ਸਕਦੀ ਆ। ਸੋ ਬੰਦੇ ਨੂੰ ਹਮੇਸ਼ਾ ਆਪਣਾ ਜਿਹੜਾ ਅਸਤਿਤਵ ਆ ਉਹ ਜ਼ਰੂਰ ਯਾਦ ਰੱਖਣਾ ਚਾਹੀਦਾ ਕਿ ਕਦੇ ਕਈ ਵਾਰੀ ਜੱਜਾਂ ਨੂੰ ਵੀ ਕਹਿੰਦੇ ਵਕੀਲ ਕਰਨੇ ਪੈ ਜਾਂਦੇ ਆ, ਉਹ ਕਹਾਣੀਆਂ ਆਪਾਂ ਸੁਣਦੇ ਹੀ ਆ, ਕਹਾਵਤਾਂ ਵੀ ਕਈ ਵਾਰੀ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ। ਸੁਖਵਿੰਦਰ ਜੀ ਇਹਦੇ ਵਿੱਚ ਤਾਂ ਬੜੀ ਗੱਲ ਕੋਈ ਹੈ ਹੀ ਗੱਲ ਨਹੀਂ, ਇਹ ਤਾਂ ਬੜਾ ਇਤਿਹਾਸ ਸਾਡਾ ਬਣਿਆ ਪਿਆ। ਇੱਕ ਨਿੱਕੀ ਜਿਹੀ ਗੱਲ, ਪ੍ਰੋਗਰਾਮ ਲੰਮਾ ਨਾ ਹੋ ਜੇ, ਨਿੱਕੀ ਜਿਹੀ ਗੱਲ ਕਰਦਾ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਡੀਸੀ ਬੜਾ ਚਰਚਿਤ ਡੀਸੀ ਸੀ, ਆਪਾਂ ਨਾਮ ਨਹੀਂ ਲੈਣਾ, ਤਾਂ ਉਹ ਡੀਸੀ ਦੀ ਜਿਹੜੀ ਉਹ ਕੁੜੀ ਨਿਕਲ ਗਈ, ਤੇ ਕੁੜੀ ਨਿਕਲ ਕੇ ਇਹਦੇ ਨਾਲ ਹੁਸ਼ਿਆਰਪੁਰ ਦੇ ਇੱਕ ਵਕੀਲ ਸੀ, ਬੜਾ ਨਾਮੀ ਵਕੀਲ, ਉਸ ਨਾਲ ਕੁੜੀ ਨਿਕਲ ਗਈ, ਤਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਸ਼ਰਨ ਲਈ। ਤੇ ਜਦੋਂ ਡੀਸੀ ਗਿਆ, ਡੀਸੀ ਆਪਣੇ ਪੂਰੀ ਉਸੇ ਰੰਗ 'ਚ ਗਿਆ, ਉੱਤੇ ਐਨਕਾਂ ਲਾ ਕੇ ਗਲ 'ਚ ਟਾਈ ਲਾਈ ਤੇ ਜਾ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ, ਆਪਣੇ ਡੀਸੀ ਪੁਣੇ ਦੇ ਵਿੱਚ ਹੀ। ਤਾਂ ਫਿਰ ਅੱਗੋਂ ਜੱਜ ਨੇ ਫਿਰ ਉਸ ਨੂੰ ਪੂਰਾ 1 ਘੰਟਾ ਖਿਲਾਰਿਆ ਸੀ, ਤਾਂ ਉਹਨੂੰ ਇਹ ਗੱਲ ਕਹੀ ਕਿ ਤੈਨੂੰ ਹਾਈ ਕੋਰਟ ਦਾ ਪਤਾ ਨਹੀਂ ਕਿ ਹਾਈ ਕੋਰਟ 'ਚ ਕਿਸ ਤਰ੍ਹਾਂ ਆਈਦਾ ਤੇ ਪ੍ਰੋਟੋਕੋਲ ਕੀ ਹੁੰਦਾ। ਸੋ ਕਈ ਜੱਜ ਡੀਸੀਆਂ ਨੂੰ ਵੀ ਉਹੋ ਜਿਹਾ, ਮੰਤਰੀ ਤਾਂ ਕੋਈ ਵੀ, ਜੱਜਾਂ ਦੀ ਤਾਂ ਗੱਲ ਹੀ ਛੱਡੋ, ਡੀਸੀ ਤਾਂ ਫਿਰ ਵੀ ਜ਼ਿਲ੍ਹੇ ਦਾ ਮਾਲਕ ਹੁੰਦਾ ਉਸ ਸਮੇਂ, ਤੇ ਅੱਜ ਵੀ ਹਨ। ਤਾਂ ਇਹ ਬੜੀ ਪੁਰਾਣੀ ਗੱਲ, ਖਾਸ ਤੌਰ ਤੇ ਖਾੜਕੂਵਾਦ ਦੇ ਸਮੇਂ ਦੀ ਮੈਂ ਗੱਲ ਕਰ ਰਿਹਾ। ਸੋ ਆਹ ਭਾਰਤ ਭੂਸ਼ਣ ਆਸ਼ੂ ਨੂੰ, ਚਲੋ ਜ਼ਿਆਦਾ ਗੱਲ ਲੰਬੀ ਨਾ ਹੋ ਜਾਏ, ਭਾਰਤ ਭੂਸ਼ਣ ਆਸ਼ੂ ਹੁਣ ਜਿਸ ਤਰੀਕੇ ਨਾਲ ਪੇਸ਼ ਹੋਣਗੇ ਹਾਈ ਕੋਰਟ ਦੇ ਵਿੱਚ, ਉਹੀ ਵਿਕਲਪ ਬਚਦਾ। ਤੇ ਹਾਈ ਕੋਰਟ ਦੇ ਵਿੱਚ ਹੁਣ ਦੂਜੇ ਪਾਸੇ ਐਡਵੋਕੇਟ ਜਨਰਲ ਵਿਨੋਦ ਘਈ ਦੀ ਟੀਮ ਦਾ ਵੀ ਪ੍ਰੀਖਿਆ ਹੋਵੇਗੀ ਕਿ ਉਹ ਇਸ ਕੇਸ ਨੂੰ ਕਿਸ ਤਰੀਕੇ ਨਾਲ ਪੇਸ਼ ਕਰਦੇ ਆ, ਕਿ ਉਹਨਾਂ ਵੱਲੋਂ ਦਿੱਤੀਆਂ ਗਈਆਂ ਦਲੀਲਾਂ, ਉਹਨਾਂ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਕੀ ਕਮਜ਼ੋਰ ਦਲੀਲਾਂ ਨੇ। ਇਹ ਵੀ ਵਿਨੋਦ ਘਈ ਦੀ ਇੱਕ ਪ੍ਰੀਖਿਆ ਹੋਵੇਗੀ, ਜਿਹੜੀ ਸਮੇਂ ਸਿਰ ਕਹਿੰਦੇ ਕਿ ਉਹ ਬਹੁਤ ਕਾਬਲ ਵਕੀਲ ਨੇ। ਜੇਕਰ ਵਾਕਿਆ ਹੀ ਕਾਬਲ ਵਕੀਲ ਨੇ ਤਾਂ ਵਿਨੋਦ ਘਈ ਦਾ ਆਪਣਾ ਉੱਥੇ ਰੋਕਟਾਂ, ਕਿਉਂਕਿ ਉਹ ਹਾਈ ਕੋਰਟ ਨੂੰ ਡੀਲ ਕਰਨਗੇ, ਤਾਂ ਫਿਰ ਉੱਥੇ ਵੇਖਣਾ ਹੋਵੇਗਾ ਕਿ ਉਹਨਾਂ ਦੀ ਟੀਮ ਕਿਸ ਤਰੀਕੇ ਨਾਲ ਇਹਨਾਂ ਨੂੰ ਰਾਹਤ ਲੈਣ ਵਿੱਚ ਸਫਲ ਹੋਣ ਦਿੰਦੀ ਆ ਜਾਂ ਨਹੀਂ ਹੋਣ ਦਿੰਦੀ। ਸੋ ਅਗਲਾ ਜਿਹੜਾ ਪੱਖ ਹੈ, ਜਿਹੜਾ ਅਗਲਾ ਵਿਕਲਪ ਆ, ਭਾਰਤ ਭੂਸ਼ਣ ਆਸ਼ੂ ਵਾਸਤੇ ਵੀ ਬੜਾ ਮਹੱਤਵਪੂਰਨ ਆ, ਤੇ ਦੂਜੇ ਪਾਸੇ ਪੰਜਾਬ ਸਰਕਾਰ ਵਾਸਤੇ ਦੋਵਾਂ ਦੀ ਇੱਜ਼ਤ ਜਿਹੜੀ ਆ ਉਹ ਦਾਅ ਤੇ ਲੱਗੇਗੀ। ਜੀ ਬਿਲਕੁਲ। ਕਾਂਚੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।